और सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच। दंडोत बंधन अनक बार सर्व कला समरथ डोलन ते रखो प्रभु नानक दे कर हथ डोलन ते रखो प्रभु नानक दे कर हथ। परम सम्मान योग गुरु रूप साध संगत जीओ, कुछ समा गुरु के विचारां आप जी नूं सरवण करा सकां उस तो पहले 10वें पातशाह दी बख्शिश कीती होई पावन पवित्र फतेह सनिमर प्रवान करनी। वाहिगुरु जी का खालसा वाहिगुरु जी की फतेह। विचारां आप सरवण कर रहे हो। सतसंगत दे विच जन्म मिलता है, इत्थे मौत भी मिल सकती है। धर्म दे मार्ग ते नवां जीवन मिलता है, मौत भी मिल सकती है। कई लोग कमल फुल दे बिल्कुल नेड़े रहिंदियां होइयां भी रस नहीं लै पांदे हन। बगले मान सरोवर ते बैठ के भी सुच्चे मोती नहीं खांदे हन। सुभाव दा फर्क पैंदा है। सतसंगत दे विच असीं आए किस तरह हां, साडी आउण दी बिरती की है, सोच की है, बैठे किस तरह हाँ। किधरे ऐसा तो नहीं कि साडी बिरती मेंढक वाली होवे जेड़ा रहिंदा ते कमल फुल दे नेड़े है लेकिन रस नहीं लै सकदा। किधरे असी बगले दी तरह तो नहीं हाँ कि मान सरोवर दे उत्ते बैठ के भी सुच्चे मोती नहीं खांदे हाँ, गंदगी खांदे हाँ। गुरुआं दे कोल रह के भी कई आनंद नहीं लै सके हन। कई पौरे दी तरह दूरों चल के आए, परम आनंद दी प्राप्ति कीती, परम अवस्था दी प्राप्ति कीती, उच्चियां पदवियां उन्होंने प्राप्त कीतियां हन। कई नेड़े रह के भी जीवन अपना बर्बाद ही कर लिया है उन्होंने। बहुत सारे शब्द ते प्रमाण आप जी ने सरवण कीते हन। जैसे कल दास ने बहुत सारिया पंक्तियां सरवण कराइयां सन। कड़छी साओ न संभले भोजन रस खाने। कड़छी भावें भोजन दे विच रहिंदी है पर भोजन दा स्वाद नहीं लै सकदी है। डड्डू सरोवर दे विच रहिंदा है, कमल फुल दे बिल्कुल नेड़े रहिंदा है, पर दादर तू कभे न जानस रे। पखस सिवाल बसस निर्मल जल अमृत न लखस रे। वो अमृतमयी रस नहीं लै पांदा है, रहिंदा कमल फुल दे नेड़े ही है बिल्कुल। इसे तरह हमारे सच्चे पातशाह जी कहते हैं कि जैसे कुछ बच्चे माता दे गर्भ दे विच जन्म लैंदे
ਨਵੀਂ ਜ਼ਿੰਦਗੀ ਮਿਲਦੀ ਹੈ। ਕਈ ਗਰਭ ਦੇ ਵਿੱਚ ਮਰ ਵੀ ਜਾਂਦੇ ਹਨ, ਮੌਤ ਵੀ ਮਿਲਦੀ ਹੈ। ਭਾਈ ਗੁਰਦਾਸ ਵੀ ਕਹਿ ਰਹੇ ਹਨ ਕਿ ਕੇਤੇ ਗਰਭ ਗਲੇ ਹੈ, ਕਿਤਨੇ ਹੀ ਗਰਭ ਦੇ ਵਿੱਚ ਗਲ ਜਾਂਦੇ ਹਨ, ਮਰ ਜਾਂਦੇ ਹਨ, ਖਤਮ ਹੋ ਜਾਂਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਵੀ ਕਹਿ ਰਹੀ ਹੈ ਕਿ ਨਾਮ ਵਿਹੂਣ ਗਰਭ ਗਲ ਜਾਏ। ਨਾਮ ਤੋਂ ਬਿਨਾਂ ਗਰਭ ਦੇ ਵਿੱਚ ਗਲ ਜਾਂਦਾ ਹੈ ਬੰਦਾ। ਗਰਭ ਦੇ ਵਿੱਚ ਗਰਭ ਨੂੰ ਵੀ ਦੁੱਖ ਮੰਨਿਆ ਗਿਆ ਹੈ। ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਗਰਭ ਦਹੇ ਹਰ ਅਗਨ ਬਸੇਰਾ। ਭਗਤ ਕਬੀਰ ਸਾਹਿਬ। ਬਾਰ ਬਾਰ ਗਰਭ ਜੋਨੀ ਵਿੱਚ ਆਉਣਾ ਵੀ ਇੱਕ ਦੁੱਖ ਹੈ। ਗਰਭ ਦੇ ਵਿੱਚ ਕਈਆਂ ਦੀ ਮੌਤ ਵੀ ਹੋ ਜਾਂਦੀ ਹੈ। ਹੁਣ ਸਵਾਲ ਤਾਂ ਇਹ ਹੈ ਕਿ ਉੱਥੋਂ ਜ਼ਿੰਦਗੀ ਮਿਲਣੀ ਚਾਹੀਦੀ ਹੈ, ਉੱਥੋਂ ਮੌਤ ਮਿਲ ਗਈ ਹੈ। ਆਪਨੇ ਬਹੁਤ ਸਾਰੀਆਂ ਇਤਿਹਾਸਕ ਘਟਨਾਵਾਂ ਸਰਵਣ ਕੀਤੀਆਂ ਹਨ। ਭਾਈ ਗੁਰਦਾਸ ਜੀ ਦੀ ਇੱਕ ਪੌੜੀ ਵੀ ਆਪਨੇ ਸਰਵਣ ਕੀਤੀ ਹੈ, ਜਿਹਦੇ ਵਿੱਚ ਸਾਰੇ ਹੀ ਸਾਹਿਬਜ਼ਾਦਿਆਂ ਦਾ ਜ਼ਿਕਰ ਕੀਤਾ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ ਲੈ ਕੇ ਔਰ ਗੁਰੂ ਅਰਜਨ ਦੇਵ ਜੀ ਤੱਕ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਕੀਤਾ ਹੈ। ਭਾਈ ਗੁਰਦਾਸ ਜੀ ਬਾਬਾ ਪ੍ਰਿਥੀ ਚੰਦ ਜੀ ਨੂੰ ਕਹਿੰਦੇ ਨੇ, ਪ੍ਰਿਥੀਆ ਕਰ ਕਰ ਟੇਡਕ ਬਰਲ ਚਰਾਈ। ਪ੍ਰਿਥੀਏ ਨੂੰ ਮੀਣਾ ਆਖਿਆ ਗਿਆ ਹੈ। ਮੀਣੇ ਲੋਕਾਂ ਨੂੰ ਲੁੱਟ ਲੈਂਦੇ ਸਨ, ਮਾਰ ਦਿੰਦੇ ਸਨ, ਧਨ ਖੋਹ ਲੈਂਦੇ ਸਨ, ਡਾਕੇ ਮਾਰਨੇ, ਇਹੀ ਕੰਮ ਸੀ ਉਹਨਾਂ ਦਾ। ਬਾਬਾ ਪ੍ਰਿਥੀ ਚੰਦ ਜੀ ਰਹਿੰਦੇ ਤਾਂ ਗੁਰੂ ਰਾਮਦਾਸ ਮਹਾਰਾਜ ਦੇ ਨੇੜੇ ਹਨ, ਸਤਿਗੁਰਾਂ ਦੇ ਸਾਹਿਬਜ਼ਾਦੇ ਨੇ। ਲੇਕਿਨ ਜੋ ਗੁਰੂਆਂ ਕੋਲ ਰਹਿ ਕੇ ਜੋ ਆਨੰਦ ਲੈਣਾ ਚਾਹੀਦਾ ਸੀ, ਜੋ ਪਰਮ ਅਵਸਥਾ ਦੀ ਪ੍ਰਾਪਤੀ ਕਰਨੀ ਚਾਹੀਦੀ ਸੀ, ਉਹ ਨਹੀਂ ਕਰ ਸਕੇ। ਹਰ ਵਕਤ ਮਾਇਆ ਦੇ ਪਿੱਛੇ ਦੌੜਦੇ ਰਹਿੰਦੇ ਨੇ। ਹਰ ਵਕਤ ਸਤਿਗੁਰਾਂ ਨੂੰ ਵੀ ਕਹਿ ਦਿੰਦੇ ਸਨ, ਮਹਾਰਾਜ ਤੁਹਾਨੂੰ ਨਹੀਂ ਪਤਾ ਇਹਨਾਂ ਗੱਲਾਂ ਦਾ। ਮਾਇਆ ਦੀ ਸੰਭਾਲ ਕਰਨੀ ਪੈਂਦੀ ਹੈ, ਧਨ ਸੰਗਤਾਂ ਕੋਲੋਂ ਖਿੱਚਣਾ ਪੈਂਦਾ ਵੇ। ਤੁਹਾਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ। ਜੇ ਮੈਂ ਇਸ ਤਰ੍ਹਾਂ ਨਾ ਕਰਾਂ ਤਾਂ ਇਹ ਲੰਗਰ ਕਿਵੇਂ ਚੱਲਣਗੇ, ਸੰਗਤਾਂ ਦੇ ਇੰਤਜ਼ਾਮਾਤ ਕਿਵੇਂ ਹੋਣਗੇ, ਸੰਗਤਾਂ ਦਾ ਆਉਣਾ ਬੰਦ ਹੋ ਜਾਏਗਾ, ਸਾਡੇ ਕੋਲ ਧਨ ਨਾ ਰਿਹਾ ਤਾਂ ਫਿਰ ਅਸੀਂ ਕੀ ਕਰਾਂਗੇ। ਹਰ ਵਕਤ ਇਸੇ ਕੰਮ ਵਿੱਚ ਲੱਗੇ ਰਹਿੰਦੇ ਸਨ। ਫਿਰ ਚਾਹੁੰਦੇ ਸਨ ਕਿ ਘਰ ਦੇ ਵਿੱਚ ਵੱਡਾ ਮੈਂ ਹਾਂ ਤਾਂ ਗੁਰਤਾ ਗੱਦੀ ਦੀ ਪ੍ਰਾਪਤੀ ਵੀ ਮੈਨੂੰ ਹੋਣੀ ਚਾਹੀਦੀ ਹੈ। ਪਰ ਮਹਾਰਾਜ ਦੀ ਬਾਣੀ ਕਹਿੰਦੀ ਹੈ, ਤਖਤ ਬਹੇ ਤਖਤੇ ਕੇ ਲਾਇਕ। ਜੋ ਇਸ ਤਖਤ ਦੇ ਲਾਇਕ ਹੈ ਨਾ, ਉਹੀ ਇਸ ਦੇ ਉੱਤੇ ਬੈਠ ਸਕਦਾ ਹੈ, ਹੋਰ ਕੋਈ ਨਹੀਂ ਬੈਠ ਸਕਦਾ। ਕਿਉਂ? ਇਹ ਨਿਰੰਕਾਰੀ ਤਖਤ ਹੈ, ਕੋਈ ਆਮ ਤਖਤ ਨਹੀਂ ਹੈ, ਨਿਰੰਕਾਰੀ ਤਖਤ ਹੈ। ਇਹਦੇ ਉੱਤੇ ਜੋ ਲਾਇਕ ਹੋਵੇ ਉਹੀ ਬੈਠ ਸਕਦਾ ਹੈ, ਹੋਰ ਕੋਈ ਨਹੀਂ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਤਿੰਨੋਂ ਹੀ ਸਾਹਿਬਜ਼ਾਦਿਆਂ ਦੇ ਵਿੱਚੋਂ ਸਭ ਤੋਂ ਛੋਟੇ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਸਨ, ਜੋ ਹਰ ਵਕਤ ਪਾਣੀ ਵਿੱਚ ਰਹਿੰਦੇ ਨੇ, ਸਤਿਗੁਰਾਂ ਦੇ ਹਰ ਹੁਕਮ ਨੂੰ ਮਿੱਠਾ ਕਰਕੇ ਮੰਨਦੇ ਹਨ। ਮਹਾਰਾਜ ਦੀ ਬਾਣੀ ਵੀ ਕਹਿੰਦੀ ਹੈ ਕਿ ਹੁਕਮ ਮੰਨੀਏ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਖਸਮੇ ਭਾਵੇ ਸੋ ਕਰੇ, ਮਨੋ ਚਿੰਦਿਆ ਸੋ ਫਲ ਪਾਏ ਸੀ, ਤਾਂ ਦਰਗੇ ਪੈਂਦਾ ਜਾਏ ਸੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜਾ ਹੁਕਮ ਮੰਨਦਾ ਹੈ ਨਾ, ਉਹੀ ਇਸ ਪਦਵੀ ਤੱਕ ਪਹੁੰਚ ਸਕਦਾ ਹੈ, ਜਿਹੜੇ ਹੁਕਮ ਮੰਨਦੇ ਹਨ। ਗੁਰੂ ਅਰਜਨ ਦੇਵ ਜੀ ਮਹਾਰਾਜ ਭਾਵੇਂ ਸਭ ਤੋਂ ਛੋਟੇ ਸਨ, ਲੇਕਿਨ ਗੁਰੂ ਰਾਮਦਾਸ ਮਹਾਰਾਜ ਦਾ ਇੱਕ ਇੱਕ ਹੁਕਮ ਉਹਨਾਂ ਨੇ ਆਪਣੇ ਸਿਰ ਮੱਥੇ 'ਤੇ ਮੰਨਿਆ ਹੈ। ਅਤੇ ਸਤਿਗੁਰਾਂ ਨੇ ਫਿਰ ਯੋਗ ਜਾਣਦਿਆਂ ਹੋਇਆਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ 5 ਪੈਸੇ ਨਾਰੀਅਲ ਰੱਖ ਕੇ 3 ਪਰਿਕਰਮਾ ਕਰਕੇ ਤੇ ਗੁਰਤਾ ਗੱਦੀ ਸੌਂਪ ਦਿੱਤੀ ਹੈ। ਕਿਉਂਕਿ ਆਪ ਜੀ ਨੂੰ ਬਚਪਨ ਦੇ ਵਿੱਚ ਨਾਨਾ ਗੁਰੂ ਜੀ ਕੋਲੋਂ
ये वर भी प्राप्त होया सी। दोहिता बाणी का बोहिता, ये बाणी दा वड्डा जहाज होवेगा। वर मिलिया सी। गुरु अमरदास महाराज जी ने कह दिता सी कि मैं नहीं देंदा इसनूं गुरुआई, इसनूं थापी आप नाने है लाई। गुरु रामदास महाराज ने कह दिता सी बाबा प्रिथी चंद जी ने, ये तो नाना गुरु ने ही इसनूं थापी दिती हुई है, वर दिता होया है, असीस दिती हुई है। क्योंकि ये बचपन तो ही तैं जन्मत गुरमत ब्रह्म पछाणियो, जन्म तो ही ये ब्रह्म दे नाल जुड़े हुए ने। तुसी सारी जिंदगी ये काम नहीं कर सके जो इन्होंने बचपन तो ही किया होया है। तो महाराज नूं गुरता गद्दी की प्राप्ति हुई गुरु अर्जन देव जी नूं गुरु रामदास महाराज जी चलाना कर गए हैं। जोत में जोत रल गई, आपां गुरपुरब भी मनाया है। जिस दिन दस्तार बंदी होण लगी ना गुरु अर्जन देव जी की, तो सिख संगतां आईयां हुईयां सन, रिश्तेदार भी आए हुए ने। जिस वेले गुरु अर्जन देव जी महाराज भरी सभा दे विच समागम दे विच जदों दस्तार अपने सिर ते बन्नण लगे ना, बाबा प्रिथी चंद जी ने कई बोल कुबोल बोल के गुरु अर्जन देव जी महाराज दे हत्थों दस्तार खो के ते अपने सिर ते बन लई सी। ते वो समझदे सन कि शायद दस्तार मैं बन लई है ते हुण मैं गुरु बन गया। जिवें अजकल देखिए ना कि कई लोग चोले पा के गात्रा पा के सोहनी दस्तार सजा के सोचते ने भी हुण मैं ही सब कुछ हाँ, हुण मैं संत बन गया हाँ, मैं वड्डी पदवी ते पहुँच गया हाँ। लेकिन होंदा नहीं है। सियाणियां दे बोल ने, अगर कोई कां मस्जिद दे उत्ते बैठ जाए तो वो कोई मौलवी नहीं बन जाता है, वो कोई मौलवी नहीं बन जाता है। कईयां नूं भुलेखा है कि ये बाबा बुढ़ा जी की सीट है तो मैं हुण बाबा बुढ़ा जी बन गया हाँ। नहीं, किरदार होना चाहिए है। इतना किरदार भी तो होवे ना। बंदे की बोली तो पता लग जाता भी ये अंदर कितनी को निम्रता है, ये अंदर कितना को प्यार है। गुरबाणी कह रही है, सतगुरुआं दे वाक हन बोलत ही पहचानिए, साध असाध को ठाठ अंतर की करनी सबे निकसे मुख की बात। जो कुछ अंदर होए ना, जो जी होए सो उगवे मुँह का कहे आवा। बंदे दे दो बोल तो पता लग जाता है भी ये अंदर कितनी को निम्रता है, ये अंदर कितनी को सियाणप है, ये अंदर कितना को ज्ञान है, ये कितनी को उच्ची अवस्था का मालक है। दो बोलों तो ही पता लग जाता है। किसी सीट ते बहन नाल या कपड़े पा लैण नाल कोई उस पदवी दे लायक नहीं हो जाता है। बाबा प्रिथी चंद जी सोचते सन शायद दस्तार मैं बन ली है तो हुण मैं गुरु बन गया। पर क्योंकि संगतां नूं पता सी कि गुरता गद्दी गुरु अर्जन देव जी नूं मिली है, तो सारे गुरु अर्जन देव जी महाराज कोल जाते सन। उत्थे मत्था टेकना, अरदास करनी, असीसां लैणियां। लेकिन बाबा प्रिथी चंद जी चुप बैठण वाले नहीं सन। बिल्कुल भी चुप नहीं बैठे, बल्कि गुरु अर्जन देव जी दे नाल कदम कदम ते इन्हां ने वैर कमाया है। बाबा प्रिथी चंद जी ने कदम कदम ते वैर करते सन। इन्होंने जब देख लिया भी मेरी दाल नहीं गलदी पई, तो पिंड हेहर पिंड दे विच अमृतसर साहिब सरोवर की तर्ज ते इस तरह का गुरुद्वारा साहब बना के, सरोवर बना के उहदे विच गद्दी ला के बैठते सन ते सोचते सन भी मैं गुरु बन गया। मेहरबान जो इसका पुत्र सी उहदे कोलों शब्द की रचना करवा के, रागियां कोलों गवा के सोचते सन बई मैं गुरु बन गया हाँ। एजेंट अपने छोड़ रखे सन जिहड़े संगतां नूं अमृतसर शहर दे बाहरों पकड़ के
ਬਾਬਾ ਪ੍ਰਿਥੀ ਚੰਦ ਜੀ ਕੋਲ ਲੈ ਆਉਂਦੇ ਸਨ। ਭੇਟਾਵਾਂ ਉਹਨਾਂ ਕੋਲੋਂ ਖੋਹ ਲੈਂਦੇ ਸਨ ਤੇ ਜਿਸ ਵੇਲੇ ਲੰਗਰ ਦਾ ਸਮਾਂ ਹੋਣਾ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਲੰਗਰ ਵਿੱਚ ਭੇਜ ਦੇਣਾ ਉਹਨਾਂ ਨੂੰ। ਭੇਟਾਵਾਂ ਉੱਥੇ ਖੋਹ ਲੈਂਦੇ ਸਨ, ਧਨ ਦੌਲਤ ਉੱਥੇ ਹੀ ਖੋਹ ਲੈਂਦੇ ਸਨ ਸਿੱਖਾਂ ਕੋਲੋਂ। ਤੇ ਜਿਸ ਵੇਲੇ ਲੰਗਰ ਦਾ ਸਮਾਂ ਹੋਣਾ ਤੇ ਗੁਰੂ ਅਰਜਨ ਦੇਵ ਜੀ ਦੇ ਲੰਗਰ ਵਿੱਚ ਭੇਜ ਦੇਣਾ। ਹੁਣ ਇੱਧਰ ਆਮਦਨੀ ਘਟ ਗਈ, ਖਰਚਾ ਵੱਧ ਗਿਆ, ਕਿਉਂਕਿ ਸਿੱਖਾਂ ਕੋਲੋਂ ਭੇਟਾ ਤੇ ਸਾਰੀ ਬਾਬਾ ਪ੍ਰਿਥੀ ਚੰਦ ਖੋਹ ਲੈਂਦੇ ਸਨ। ਆਮਦਨ ਰਹੀ ਨਾ, ਖਰਚਾ ਵੱਧ ਗਿਆ, ਲੰਗਰ ਵਿੱਚ ਸੰਗਤਾਂ ਵੱਧ ਗਈਆਂ। ਇਤਿਹਾਸ ਕਹਿੰਦਾ ਇੱਕ ਦਿਨ ਐਸਾ ਵੀ ਆਇਆ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਘਰ ਦੀਆਂ ਕੁਝ ਵਸਤੂਆਂ ਵੇਚ ਕੇ ਨਾ, ਸੋਨੇ ਚਾਂਦੀ ਦੀਆਂ, ਤੇ 2-3 ਦਿਨ ਲੰਗਰ ਦਾ ਇਸ ਤਰ੍ਹਾਂ ਗੁਜ਼ਾਰਾ ਕੀਤਾ ਹੈ। ਘਰ ਦੀਆਂ ਵਸਤੂਆਂ ਨੂੰ ਵੇਚ ਕੇ ਇਸ ਤਰ੍ਹਾਂ ਲੰਗਰ ਚਲਾਇਆ। ਬਾਬਾ ਪ੍ਰਿਥੀ ਚੰਦ ਜੀ ਨੇ ਬਹੁਤ ਵੈਰ ਕਮਾਇਆ ਹੈ। ਇੱਕ ਦਿਨ ਗੁਰੂ ਅਰਜਨ ਦੇਵ ਜੀ ਮਹਾਰਾਜ ਲੰਗਰ ਛਕ ਰਹੇ ਸਨ। ਉੱਪਰੋਂ ਭਾਈ ਗੁਰਦਾਸ ਜੀ ਆ ਗਏ ਨੇ ਤੇ ਭਾਈ ਗੁਰਦਾਸ ਜੀ ਨੇ ਵੇਖਿਆ ਵੀ ਮਹਾਰਾਜ ਦੀ ਥਾਲੀ ਦੇ ਵਿੱਚ ਸੁੱਕੀ ਰੋਟੀ ਹੈ ਤੇ ਨਾਲ ਕੁਛ ਚਟਨੀ ਵਗੈਰਾ, ਕੁਛ ਸਬਜ਼ੀ ਵੀ ਨਹੀਂ ਹੈ, ਤੇ ਸਤਿਗੁਰ ਬੜੇ ਆਨੰਦ ਨਾਲ ਖਾ ਰਹੇ ਹਨ। ਭਾਈ ਗੁਰਦਾਸ ਜੀ ਨੇ ਪੁੱਛਿਆ ਕਿ ਇਹ ਕੈਸਾ ਸਮਾਂ ਹੈ। ਮਾਤਾ ਭਾਨੀ ਜੀ ਨੂੰ ਪੁੱਛਦੇ ਨੇ ਵੀ ਇਹ ਕੈਸਾ ਸਮਾਂ ਆ ਗਿਆ। ਸਤਿਗੁਰ ਜੀ ਗੁਰੂ ਨਾਨਕ ਦੀ ਗੱਦੀ ਦੇ 5ਵੇਂ ਵਾਰਸ ਤੇ ਪ੍ਰਸ਼ਾਦਾ ਸੁੱਕਾ ਹੋਇਆ, ਨਾਲ ਸਬਜ਼ੀ ਵੀ ਨਹੀਂ ਹੈ, ਕੋਈ ਮੱਖਣ ਹੋਵੇ, ਘਿਓ ਹੋਵੇ, ਕੁਛ ਵੀ ਨਹੀਂ ਹੈ। ਮਾਤਾ ਗੰਗਾ ਜੀ ਵੀ ਕੋਲ ਬੈਠੇ ਹੋਏ ਨੇ। ਭਾਈ ਗੁਰਦਾਸ ਜੀ ਸਾਰੀ ਚਾਲ ਨੂੰ ਸਮਝ ਗਏ ਹਨ ਵੀ ਇਹ ਪਾਣਾ ਜੋ ਵਰਤ ਰਿਹਾ ਹੈ ਇਹ ਕਿਸ ਦੀ ਚਾਲ ਹੈ, ਕਿਸ ਦਾ ਵਰਤਾਇਆ ਹੋਇਆ ਹੈ। ਭਾਈ ਗੁਰਦਾਸ ਜੀ, ਬਾਬਾ ਬੁੱਢਾ ਸਾਹਿਬ ਜੀ, ਹੋਰ ਪਤਵੰਤੇ ਸਿੱਖਾਂ ਨੇ ਮਿਲ ਕੇ ਅੰਮ੍ਰਿਤਸਰ ਸਾਹਿਬ ਨੂੰ ਜਿਤਨੇ ਵੀ ਰਸਤੇ ਆਉਂਦੇ ਸਨ, ਉਹਨਾਂ ਸਾਰਿਆਂ ਰਸਤਿਆਂ ਦੇ ਉੱਤੇ ਆਪਣੇ ਮੋਰਚੇ ਗੱਡੇ, ਉੱਤੇ ਥੜੇ ਬਣਾ ਕੇ ਆਪ ਬੈਠੇ, ਸੰਗਤਾਂ ਨੂੰ ਸ਼ਬਦ ਰੂਪੀ ਉਪਦੇਸ਼ ਦੇ ਕੇ, ਸੱਚੀ ਪ੍ਰੇਰਣਾ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਵੱਲ ਫਿਰ ਤੋਂ ਸੰਗਤਾਂ ਨੂੰ ਲੈ ਕੇ ਆਏ ਹਨ। ਫਿਰ ਗੁਰੂ ਘਰ ਦੀਆਂ ਰੌਣਕਾਂ ਇਸ ਤਰ੍ਹਾਂ ਵਧੀਆਂ ਹਨ। ਫਿਰ ਬਾਬਾ ਪ੍ਰਿਥੀ ਚੰਦ ਜੀ ਸੋਚਦੇ ਸਨ ਬਈ ਅਰਜਨ ਦੇਵ ਦੇ ਘਰ ਔਲਾਦ ਨਹੀਂ ਹੈ, ਮੇਰੇ ਘਰ ਸੁਪੁੱਤਰ ਦਿੱਤਾ ਹੋਇਆ ਮਾਲਕ ਨੇ। ਮਿਹਰਬਾਨ ਬਾਬਾ ਪ੍ਰਿਥੀ ਚੰਦ ਦਾ ਪੁੱਤਰ ਸੀ, ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਮਿਹਰਬਾਨ ਨਾਲ ਬਹੁਤ ਪਿਆਰ ਵੀ ਕਰਦੇ ਸਨ। ਤੋ ਇਹ ਸੋਚਦਾ ਸੀ ਚਲੋ ਇਹਨਾਂ ਦੇ ਘਰ ਔਲਾਦ ਨਹੀਂ ਹੈ, ਮੇਰੇ ਪੁੱਤਰ ਨਾਲ ਪਿਆਰ ਕਰਦੇ ਨੇ, ਅੱਜ ਨਹੀਂ ਕੱਲ੍ਹ ਇਹ ਗੱਦੀ ਮੇਰੇ ਪੁੱਤਰ ਨੂੰ ਮਿਲ ਜਾਏਗੀ। ਚਲੋ ਮੈਨੂੰ ਨਹੀਂ ਮਿਲੀ, ਮੇਰੇ ਪੁੱਤਰ ਨੂੰ ਮਿਲ ਜਾਏਗੀ। ਲੇਕਿਨ ਮਾਤਾ ਗੰਗਾ ਜੀ ਦੇ ਬੇਨਤੀ ਕਰਨ ਤੇ ਬਾਬਾ ਬੁੱਢਾ ਸਾਹਿਬ ਜੀ ਦੀ ਅਰਦਾਸ ਦਾ ਸਦਕਾ, ਕਿਉਂਕਿ ਇਤਿਹਾਸ ਬਹੁਤ ਲੰਬਾ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਵੀ ਨਿਰੰਕਾਰ ਨੇ ਸੁਪੁੱਤਰ ਦੀ ਬਖਸ਼ਿਸ਼ ਕੀਤੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ। ਇੱਧਰ ਜਦੋਂ ਜਨਮ ਹੋਇਆ, ਸੰਗਤਾਂ ਖੁਸ਼ੀਆਂ ਮਨਾਉਂਦੀਆਂ ਪਈਆਂ ਨੇ। ਬਾਬਾ ਪ੍ਰਿਥੀ ਚੰਦ ਜੀ ਸੜ ਬਲ ਕੇ ਕੋਲਾ ਹੀ ਹੋ ਗਏ ਬਿਲਕੁਲ। ਇਹ ਕੀ ਪਾਣਾ ਵਰਤ ਗਿਆ। ਮੈਂ ਤੇ ਸੋਚਦਾ ਸਾਂ ਵੀ ਮੇਰੇ ਪੁੱਤਰ ਨੂੰ ਗੱਦੀ ਮਿਲੇਗੀ, ਇਹਨਾਂ ਦੇ ਘਰ ਸੁਪੁੱਤਰ ਜੰਮ ਪਿਆ ਹੋਣ ਤੇ ਹੁਣ ਤੇ ਉਹੀ ਗੱਦੀ ਦਾ ਵਾਰਸ ਹੋਵੇਗਾ। ਹਾਲਾਂਕਿ ਇਹ ਗੁਰੂ ਘਰ ਦੀ ਮਰਿਆਦਾ ਨਹੀਂ ਹੈ ਕਿ ਸਾਹਿਬਜ਼ਾਦੇ ਨੂੰ ਹੀ ਗੱਦੀ ਮਿਲਣੀ ਹੈ। ਇੱਥੇ ਤੇ ਜਿਹੜਾ ਲਾਇਕ ਹੋਵੇ ਉਸ ਨੂੰ ਗੁਰਤਾ ਗੱਦੀ ਦੀ ਪ੍ਰਾਪਤੀ ਹੁੰਦੀ ਹੈ। ਉਹ ਭਾਵੇਂ ਸਾਹਿਬਜ਼ਾਦਾ ਹੋਵੇ, ਸਿੱਖ ਹੋਵੇ, ਸੇਵਕ ਹੋਵੇ, ਕੋਈ ਵੀ ਹੋ ਸਕਦਾ ਹੈ। ਜਦੋਂ ਸਾਹਿਬਜ਼ਾਦਾ ਹੋ ਗਏ ਗੁਰੂ ਹਰਗੋਬਿੰਦ ਸਾਹਿਬ, ਵਧੀ ਵੇਲ ਬਹੁ ਪੀੜੀ ਚਾਲੀ, ਬਾਬਾ ਪ੍ਰਿਥੀ ਚੰਦ ਨੇ ਆਪਣੇ ਸੱਕੇ ਭਰਾ ਦੇ ਸੁਪੁੱਤਰ ਨੂੰ, ਆਪਣੇ ਭਤੀਜੇ ਨੂੰ 4 ਵਾਰ ਮਾਰਨ ਦੀ ਕੋਸ਼ਿਸ਼ ਕੀਤੀ ਹੈ। 4 ਵਾਰੀ
ਇੱਕ ਵਾਰੀ नहीं। ਹੁਣ ਦੇਖੋ ਰਹਿੰਦੇ ਤਾਂ ਗੁਰੂ ਨਾਨਕ ਦੇ ਨੇੜੇ ਹੀ ਹਨ ਨਾ, ਗੁਰੂ ਰਾਮਦਾਸ ਜੀ ਦੇ ਸੁਪੁੱਤਰ ਨੇ, ਗੁਰੂ ਸਾਹਿਬਜ਼ਾਦੇ ਹਨ। ਲੇਕਿਨ ਸਤਿਗੁਰਾਂ ਦੇ ਕੋਲ ਰਹਿ ਕੇ ਵੀ, ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਨਾ ਕਿ ਸੱਪੇ ਦੁੱਧ ਪਿਆਈਏ ਮੂੰਹ ਵਿਖੋਂ ਸੁੱਟੇ, ਵਿਹ ਮੁੱਖੋਂ ਸੁੱਟੇ। ਸੱਪ ਨੂੰ ਦੁੱਧ ਪਿਲਾਓ ਜਿਤਨਾ ਮਰਜ਼ੀ, ਪਰ ਉਹ ਆਪਣੇ ਮੁਖ ਤੋਂ ਜ਼ਹਿਰ ਹੀ ਛੋੜਦਾ ਵੇ, ਉਹ ਅੰਮ੍ਰਿਤ ਨਹੀਂ ਕੱਢਦਾ ਹੈ, ਉਹ ਜ਼ਹਿਰ ਹੀ ਛੋੜਦਾ ਹੈ। ਬਾਬਾ ਪ੍ਰਿਥੀ ਚੰਦ ਜੀ ਨੇ ਇੱਕ ਫੱਤੋ ਨਾਮ ਦੀ ਦਾਈ ਨੂੰ ਪੈਸੇ ਦੇ ਕੇ ਬਈ ਆਪਣੇ ਅਸਤਨ ਦੇ ਉੱਤੇ ਜ਼ਹਿਰ ਲਾ ਕੇ ਤੂੰ ਬੱਚੇ ਨੂੰ ਦੁੱਧ ਪਿਲਾ, ਜ਼ਹਿਰ ਉਸ ਬੱਚੇ ਨੂੰ ਚੜ੍ਹ ਜਾਏਗੀ ਤੇ ਬੱਚਾ ਖਤਮ ਹੋ ਜਾਏਗਾ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ। ਲੇਕਿਨ ਰੱਬ ਦੀ ਨੇਤ, ਗੁਰਬਾਣੀ ਕਹਿੰਦੀ ਹੈ ਵੀ ਮਾਰੇ ਰਾਖੇ ਕੋ ਆਪ, ਮਾਨਸ ਕੇ ਕਿਛ ਨਾਹੀ ਹਾਥ। ਮਨੁੱਖ ਦੇ ਹੱਥ ਵਿੱਚ ਕੁਛ ਵੀ ਨਹੀਂ ਹੈ, ਮਾਰਨਾ ਤੇ ਜਿਵਾਲਣਾ ਇਹ ਤੇ ਨਿਰੰਕਾਰ ਦੇ ਹੱਥ ਵਿੱਚ ਹੈ। ਆਪੇ ਪਾਵਕ ਆਪੇ ਪਵਨਾ, ਜਾਰੇ ਖਸਮ ਤਾਂ ਰੱਖੇ ਕਵਨਾ। ਇਹ ਤੇ ਨਿਰੰਕਾਰ ਦੀ ਮਰਜ਼ੀ ਹੈ ਕਿ ਕਿਸ ਨੂੰ ਜੀਵਨ ਦੇਣਾ ਤੇ ਕਿਸ ਨੂੰ ਮੌਤ ਦੇਣੀ ਹੈ। ਲੇਕਿਨ ਬਾਬਾ ਪ੍ਰਿਥੀ ਚੰਦ ਜੀ ਨੇ ਕੋਸ਼ਿਸ਼ ਕੀਤੀ ਹੈ, ਰੱਬ ਦਾ ਪਾਣਾ ਐਸਾ ਵਰਤਿਆ ਕਿ ਉਹ ਜ਼ਹਿਰ ਜਿਹੜੀ ਸੀ ਉਸ ਦਾਈ ਨੂੰ ਹੀ ਚੜ੍ਹ ਗਈ ਔਰ ਉਸ ਦੀ ਮੌਤ ਹੋ ਗਈ ਹੈ। ਦੂਸਰਾ ਫਿਰ ਹਮਲਾ ਕੀਤਾ ਹੈ, ਇੱਕ ਸਪੇਰੇ ਨੂੰ ਪੈਸੇ ਦੇ ਕੇ। ਜਿਸ ਵਕਤ ਹਰਗੋਬਿੰਦ ਸਾਹਿਬ ਖੇਡਦੇ ਪਏ ਹੋਣ, ਜ਼ਹਿਰੀਲਾ ਸੱਪ ਲਿਜਾ ਕੇ ਤੇ ਉਹਨਾਂ ਦੇ ਕਮਰੇ ਵਿੱਚ ਛੋੜ ਦੇਣਾ। ਸੱਪ ਡੰਗ ਮਾਰੇਗਾ, ਰੌਲਾ ਪਾ ਦਿਆਂਗੇ ਵੀ ਸੱਪ ਨੇ ਡੰਗ ਮਾਰਿਆ ਤੇ ਬੱਚੇ ਦੀ ਮੌਤ ਹੋ ਗਈ ਹੈ। ਲੇਕਿਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਛੋਟੀ ਉਮਰ, ਇਤਿਹਾਸ ਕਹਿੰਦਾ ਸੱਪ ਦੀ ਗਰਦਨ ਤੋਂ ਪਕੜ ਕੇ ਨਾ ਤੇ ਜ਼ਮੀਨ ਦੇ ਉੱਤੇ ਰਗੜ ਕੇ ਉਸ ਸੱਪ ਨੂੰ ਉੱਥੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਵੱਡ ਯੋਧਾ, ਬਹੁ ਪਰਉਪਕਾਰੀ, ਵੱਡੇ ਯੋਧੇ ਸਨ ਜਨਮ ਤੋਂ ਹੀ, ਕੋਈ ਮਾਮੂਲੀ ਬਾਲਕ ਤੇ ਨਹੀਂ ਸਨ। ਗੁਰੂਆਂ ਦੇ ਸਾਹਿਬਜ਼ਾਦੇ ਸਨ, ਨਿਰੰਕਾਰ ਵੱਲੋਂ ਭੇਜੇ ਹੋਏ ਸੰਸਾਰ ਤੇ ਆਏ ਸਨ। ਪੰਜ ਪਿਆਲੇ ਪੰਜ ਪੀਰ, ਛਟਮ ਪੀਰ ਬੈਠਾ ਬਹੁ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ। ਗੁਰੂ ਹਰਗੋਬਿੰਦ ਸਾਹਿਬ ਵਾਸਤੇ ਆਖਿਆ ਗਿਆ ਕਿ ਦਲ ਪੰਜਨ ਗੁਰ ਸੂਰਮਾ, ਵੱਡ ਯੋਧਾ ਬਹੁ ਪਰਉਪਕਾਰੀ। ਤੇ ਵੱਡੇ ਵੱਡੇ ਦੁਸ਼ਮਣਾਂ ਦੇ ਦਲਾਂ ਨੂੰ ਪੰਜਣ ਵਾਲੇ, ਭੰਨਣ ਵਾਲੇ, ਨਾਸ ਕਰਨ ਵਾਲੇ ਹਨ। ਉਹਨਾਂ ਨੂੰ ਭਲਾ ਕੌਣ ਮਾਰ ਸਕਦਾ ਹੈ। ਤੀਸਰਾ ਹਮਲਾ ਫਿਰ ਕੀਤਾ ਹੈ, ਇੱਕ ਖਿਡਾਵਾ ਸੀ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਖਿਡਾਉਂਦਾ ਹੁੰਦਾ ਸੀ ਬਚਪਨ ਦਾ। ਉਸ ਨੂੰ ਪੈਸੇ ਦਿੱਤੇ, ਦਹੀਂ ਦੇ ਵਿੱਚ ਜ਼ਹਿਰ ਮਿਲਾ ਕੇ ਜ਼ਬਰਦਸਤੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਖਵਾਉਣ ਦੀ ਕੋਸ਼ਿਸ਼ ਕੀਤੀ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਜਾਣੀ ਜਾਣ ਦਹੀਂ ਨਹੀਂ ਖਾਧਾ ਸਤਿਗੁਰਾਂ ਨੇ। ਇਤਿਹਾਸ ਕਹਿੰਦਾ ਕਿ ਦਹੀਂ ਦਾ ਕੋਲਾ ਸਤਿਗੁਰਾਂ ਨੇ ਜਦ ਹੱਥ ਮਾਰਿਆ ਤੇ ਹੱਥ ਵਿੱਚੋਂ ਡਿੱਗਿਆ, ਉਹੀ ਦਹੀਂ ਕੋਲ ਖੜੇ ਇੱਕ ਕੁੱਤੇ ਨੇ ਖਾਧਾ, ਕਿਉਂਕਿ ਉਹਦੇ ਵਿੱਚ ਜ਼ਹਿਰ ਸੀ। ਕੁੱਤਾ ਉੱਥੇ ਹੀ ਮਰ ਗਿਆ। ਸਤਿਗੁਰਾਂ ਨੇ ਫਿਰ ਉਸ ਖਿਡਾਵੇ ਨੂੰ ਪੁੱਛਿਆ ਵੀ ਇਹ ਕੀ ਹੈ। ਉਹਨੇ ਡਰ ਦੇ ਮਾਰੇ ਸਾਰਾ ਕੁਝ ਦੱਸ ਦਿੱਤਾ ਹੈ। ਲੇਕਿਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਭ ਕੁਝ ਜਾਣਦਿਆਂ ਹੋਇਆਂ ਵੀ, ਤਾਣ ਹੁੰਦੇ ਹੋਏ ਨਿਤਾਣਾ, ਸਭ ਕੁਝ ਜਾਣਦਿਆਂ ਹੋਇਆਂ ਵੀ ਸਤਿਗੁਰਾਂ ਨੇ ਕੋਈ ਗਿਲਾ ਸ਼ਿਕਵਾ ਨਹੀਂ ਕੀਤਾ, ਕੋਈ ਗਿਲਾ ਸ਼ਿਕਵਾ ਨਹੀਂ, ਬਸ ਨਿਰੰਕਾਰ ਦਾ ਸ਼ੁਕਰਾਨਾ ਹੀ ਕਰਦੇ ਨੇ। ਚੌਥਾ ਹਮਲਾ ਫਿਰ ਕੀਤਾ। ਗੁਰੂ ਹਰਗੋਬਿੰਦ ਸਾਹਿਬ ਥੋੜ੍ਹੇ ਵੱਡੇ ਹੋਏ ਨੇ, ਬੱਚਿਆਂ ਦੇ ਨਾਲ ਖੇਡਣ ਲੱਗ ਪਏ ਨੇ। ਇੱਕ ਬੱਚਾ ਸੀ, ਉਸ ਬੱਚੇ ਦੇ ਪਿਤਾ ਨੂੰ ਪੈਸੇ ਦੇ ਕੇ ਉਹਨੂੰ ਆਪਣੇ ਵੱਲ ਮਿਲਾ ਕੇ ਵੀ ਤੇਰੇ ਬੱਚੇ ਦੀ ਜੇਬ ਦੇ ਵਿੱਚ ਅਸੀਂ ਕੋਈ ਚੀਜ਼ ਪਾ ਦਿਆਂਗੇ। ਇਤਿਹਾਸ ਕਹਿੰਦਾ ਮਿਠਾਈ ਦੋਨਾਂ ਜੇਬਾਂ ਵਿੱਚ ਪਾਈ, ਇੱਕ ਵਿੱਚ ਜ਼ਹਿਰ ਮਿਲਾ ਦਿੱਤੀ ਤੇ ਇੱਕ ਬਿਨਾਂ ਜ਼ਹਿਰ ਵਾਲੀ। ਬੱਚੇ ਨੂੰ ਬੜਾ ਸਮਝਾਇਆ ਵੀ ਜਿਹੜੀ ਬਿਨਾਂ ਜ਼ਹਿਰ ਵਾਲੀ ਜੇਬ ਹੈ ਨਾ,
ਉਹ ਮਿਠਾਈ ਤੂੰ ਖਾਣੀ ਹੈ ਤੇ ਜ਼ਹਿਰ ਵਾਲੀ ਉਸ ਬੱਚੇ ਨੂੰ ਦੇਣੀ ਹੈ। ਪਰ ਉਹ ਖੇਡਦਿਆਂ ਖੇਡਦਿਆਂ ਬੱਚੇ ਦੀ ਸੁਰਤ ਭੁੱਲ ਗਈ। ਜਿਹੜੀ ਜ਼ਹਿਰ ਵਾਲੀ ਮਿਠਾਈ ਸੀ ਉਹ ਆਪ ਖਾ ਗਿਆ, ਜਿਹੜੀ ਬਿਨਾਂ ਜ਼ਹਿਰ ਵਾਲੀ ਸੀ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦੇ ਦਿੱਤੀ ਹੈ। ਕਿ ਕੌਣ ਮਾਰ ਸਕਦਾ ਹੈ। ਲੇਕਿਨ ਬਾਬਾ ਪ੍ਰਿਥੀ ਚੰਦ ਜੀ ਨੇ ਬਹੁਤ ਇਸ ਤਰ੍ਹਾਂ ਦੀਆਂ ਚਾਲਾਂ ਚੱਲੀਆਂ ਹਨ। ਇਤਿਹਾਸ ਬੜਾ ਹੀ ਲੰਬਾ ਹੈ। ਜਿਸ ਵੇਲੇ ਚਾਰੋਂ ਪਾਸੇ ਤੋਂ ਦਾਲ ਨਹੀਂ ਗਲੀ, ਹਰ ਪਾਸੇ ਤੋਂ, ਫਿਰ ਰਾਜ ਦਰਬਾਰ, ਜਿੱਥੇ ਪਹਿਲੇ ਹੀ ਗੁਰੂ ਅਰਜਨ ਦੇਵ ਜੀ ਦੇ ਖਿਲਾਫ ਸ਼ਿਕਾਇਤਾਂ ਪਹੁੰਚ ਰਹੀਆਂ ਸਨ, ਬਾਬਾ ਪ੍ਰਿਥੀ ਚੰਦ ਜੀ ਨੇ ਹੁਣ ਦਿੱਲੀ ਦਾ ਰੁਖ ਕੀਤਾ ਹੈ। ਸੁਲਹੀ ਖਾਨ ਬਾਬਾ ਪ੍ਰਿਥੀ ਚੰਦ ਦਾ ਮਿੱਤਰ ਸੀ। ਇਹਦਾ ਆਉਣਾ ਜਾਣਾ ਸੀ, ਮਿਲਦੇ ਰਹਿੰਦੇ ਸਨ ਆਪਸ ਵਿੱਚ। 10,000 ਰੁਪਈਆ ਦੇਣਾ ਕਰਕੇ ਸੁਲਹੀ ਖਾਨ ਨੂੰ ਬਾਬਾ ਪ੍ਰਿਥੀ ਚੰਦ ਜੀ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਉੱਤੇ ਹਮਲਾ ਕਰਨ ਵਾਸਤੇ ਬੁਲਵਾਇਆ ਹੈ। 10,000 ਰੁਪਏ ਰੋਜ਼ ਦੇ ਦੇਣੇ ਕਰਕੇ। ਸਿੱਖਾਂ ਨੂੰ ਜਦ ਪਤਾ ਲੱਗਿਆ ਨਾ ਤਾਂ ਉਹਨਾਂ ਨੇ ਆ ਕੇ ਦੱਸਿਆ ਵੀ ਮਹਾਰਾਜ ਫੌਜਾਂ ਆਈਆਂ ਨੇ ਤੇ ਇਹ ਸਾਡੇ ਉੱਤੇ ਹਮਲਾ ਕਰਨ ਵਾਸਤੇ ਆਈਆਂ ਨੇ, ਬੁਲਾਈਆਂ ਬਾਬਾ ਪ੍ਰਿਥੀ ਚੰਦ ਜੀ ਨੇ, ਸਾਨੂੰ ਕੁਛ ਕਰਨਾ ਚਾਹੀਦਾ ਹੈ। ਪ੍ਰਥਮੇ ਮਤਾ ਦੋਇ ਮਾਨਕ ਪਹੁੰਚਾਓ, ਦੁਤੀਏ ਮਤਾ ਕੁਛ ਕਰੋ ਉਪਾਇਆ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਮੈਂ ਸਭ ਕੁਛ ਛੋੜ ਪ੍ਰਭ ਤੋਂ ਹੀ ਤੇ ਆਇਆ। ਮੈਂ ਸਭ ਕੁਝ ਛੋੜ ਕੇ ਨਿਰੰਕਾਰ ਦੇ ਅੱਗੇ ਅਰਦਾਸ ਕਰਾਂਗਾ, ਕਿਉਂਕਿ ਜੇ ਉਸ ਦਾ ਹੱਥ ਸਾਡੇ ਸਿਰ ਤੇ ਹੋਵੇ ਨਾ, ਫਿਰ ਸਾਡਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਹੈ। ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ। चतुर दिशा कीनो बल अपना, सिर ऊपर कर तार्यो, कृपा कटाक्षी अवलोकन कीनो, दास का दुख विदारियो। जे ਉਹ ਮਾਲਕ ਵਾਹਿਗੁਰੂ ਸਿਰ ਦੇ ਉੱਤੇ ਹੱਥ ਰੱਖ ਦੇਵੇ, ਫਿਰ ਭਲਾ ਕੌਣ ਸਾਡਾ ਵਾਲ ਵੀ ਵਿੰਗਾ ਕਰ ਸਕਦਾ ਹੈ। ਨਿਰੰਕਾਰ ਦੇ ਅੱਗੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਅਰਦਾਸ ਕੀਤੀ ਹੈ। ਇਹ ਇਤਿਹਾਸ ਕਹਿੰਦਾ ਸੁਲਹੀ ਖਾਨ ਨੂੰ ਬਾਬਾ ਪ੍ਰਿਥੀ ਚੰਦ ਜੀ ਆਪਣੇ ਨਾਲ ਲੈ ਕੇ ਤੇ ਇੱਟਾਂ ਦਾ ਪੱਠਾ ਦਿਖਾਉਣ ਵਾਸਤੇ ਗਏ ਨੇ। ਸੁਲਹੀ ਖਾਨ ਹੰਕਾਰ ਦੇ ਵਿੱਚ ਮੱਤਾ ਹੋਇਆ, ਘੋੜੇ ਸਮੇਤ ਜਦ ਪੱਠੇ ਦੇ ਉੱਤੇ ਚੜ੍ਹਿਆ, ਇੱਕ ਹਵਾ ਦਾ ਝੋਕਾ ਆਇਆ, ਜਿਹੜੀ ਪੱਠੇ ਦੀ ਅੱਗ ਸੀ, ਉਸ ਅੱਗ ਦਾ ਸੇਕ ਜਦੋਂ ਘੋੜੇ ਨੂੰ ਪਿਆ, ਘੋੜਾ ਫਿਰ ਤ੍ਰਬਕ ਗਿਆ, ਬੇਕਾਬੂ ਹੋ ਗਿਆ, ਘੋੜੇ ਸਮੇਤ ਅੱਗ ਦੇ ਵਿੱਚ ਡਿੱਗ ਕੇ ਸੁਲਹੀ ਖਾਨ ਦੀ ਉੱਥੇ ਹੀ ਮੌਤ ਹੋ ਗਈ ਹੈ। ਉੱਥੇ ਹੀ ਮੌਤ ਹੋ ਗਈ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਹੱਥ ਜੁੜ ਗਏ ਨੇ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ, ਸੁਲਹੀ ਹੋਏ ਮੂਆ ਪਾਕ ਨਾ ਪਾਕ। ਸੁਲਹੀ ਹੋਏ ਮੂਆ ਨਾ ਪਾਕ, ਨਾ ਪਾਕ ਹੋ ਕੇ ਮਰਿਆ, ਕਿਉਂਕਿ ਉਹਦੇ ਇਰਾਦੇ ਵੀ ਨਾ ਪਾਕ ਸਨ। ਸਤਿਗੁਰ ਸੱਚੇ ਪਾਤਸ਼ਾਹ ਜੀ ਨਿਮਰਤਾ ਦੇ ਪੁੰਜ। ਬਾਬਾ ਪ੍ਰਿਥੀ ਚੰਦ ਜੀ ਜਿੱਥੇ ਗੁਰੂਆਂ ਦੇ ਕੋਲ ਰਹਿ ਕੇ ਵੀ ਉਹਨਾਂ ਦੇ ਅੰਦਰ ਕੋਈ ਗੁਰਮੁਖਤਾਈ ਨਹੀਂ ਆਈ, ਕੋਈ ਨਿਮਰਤਾ ਨਹੀਂ ਆਈ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਅੰਦਰ ਇਤਨੀ ਨਿਮਰਤਾ। ਬਾਬਾ ਪ੍ਰਿਥੀ ਚੰਦ ਜੀ ਕਦਮ ਕਦਮ ਤੇ ਵੈਰ ਕਮਾਉਂਦੇ ਨੇ। ਇੱਕ ਦਿਨ ਬਾਬਾ ਪ੍ਰਿਥੀ ਚੰਦ ਦੀ ਤਬੀਅਤ ਖਰਾਬ ਹੋ ਗਈ, ਬਹੁਤ ਬੁਖਾਰ ਚੜ੍ਹ ਗਿਆ। ਜਦ ਸਤਿਗੁਰਾਂ ਨੂੰ ਪਤਾ ਲੱਗਾ ਨਾ, ਤਾਂ ਨਿਰੰਕਾਰ ਦੇ ਅੱਗੇ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਅਰਦਾਸ ਕੀਤੀ ਹੈ। ਤੇ ਮਹਾਰਾਜ ਕਹਿੰਦੇ ਨੇ ਵੀ ਹਰ ਜੀਓ ਤੂੰ ਸੁਖ ਸੰਪਤ ਰਾਸ, ਰਾਖ ਲਿਓ ਭਾਈ ਮੇਰੇ ਕੋ ਪ੍ਰਭ ਅੱਗੇ ਅਰਦਾਸ। ਮੇਰੇ ਭਾਈ ਨੂੰ ਰੱਖ ਲਵੋ, ਮੇਰੇ ਭਰਾ ਦੀ ਰੱਖਿਆ ਕਰੋ। ਗੁਰੂ ਅਰਜਨ ਦੇਵ ਜੀ ਮਹਾਰਾਜ ਇਤਨੀ ਨਿਮਰਤਾ ਦੇ ਮਾਲਕ ਸਨ। ਸਤਿਗੁਰਾਂ ਨੇ ਕਿਹਾ ਵੀ ਹੈ ਕਿ ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੈਨ ਛਾਰੀ, ਇਸ ਆਗੇ ਕੋ ਨਾ ਟਿਕੇ ਵਿਕਾਰੀ। ਸਾਡਾ ਸ਼ਸਤਰ ਤਾਂ ਇੱਕੋ ਹੀ ਹੈ, ਬਸ ਗਰੀਬੀ।
निम्रता। कितनी निम्रता दे मालिक सन गुरु अर्जन देव जी महाराज की तत्ती तवी ते बैठ के भी सतगुरु जी तेरा किया मीठा लागे हर नाम पदार्थ नानक मांगे। तो मैं अर्ज करदा पिया कि एक गुरु दे कोल रह के भी निरी जहर उगलदे ने। गुरु अर्जन देव जी महाराज सतगुरां दे कोल रह के अंदर निम्रता है, प्रेम है, अंदर सतगुरां दा सत्कार है, संगत दा सत्कार है, पाणा मंदे ने, हुक्म मंदे ने, किसे नाल वैर नहीं करते हैं। बिसर गई सब तात पराई, जब ते साध संगत मोहिक पाई, ना को वैरी नहीं बेगाना, सगल संग हमको बनियाई। सारियां दे नाल प्रेम करते हैं। क्यों? क्योंकि गुरु अर्जन देव जी महाराज सच्चे पातशाह जी मान सरोवर दे उत्ते बैठ के ते सुच्चे मोती खांदे हन, चंदन दे कोल रह के चंदन दी खुशबू लैंदे हन। बाबा प्रिथी चंद जी बगले दी न्याई बैठते हन, मेंढक दी न्याई बैठते हन, रहंदे गुरु दे नेड़े हन, रहंदे सतसंगत दे विच ही हन। पर जो नाम जपना चाहिदा सी वो नाम उन्होंने नहीं जपिया है। जो गुरुआं दा हुक्म मनना चाहिदा सी वो नहीं मनिया है। गुरु तेग बहादुर साहब महाराज जदों अमृतसर साहब विच गए सन, उत्थों दे मसंद जो अमृतसर साहब दे विच रहन वाले सन, सतगुरां नूं देख के ते दरवाजे बंद कर लए सन। उन्होंने अंदर दर्शन करन नहीं सी जाण दिता गुरु तेग बहादुर साहब। ताई ते महाराज सच्चे पातशाह जी ने कहा सी कि नह मसंद तुम अमृतसरिए, तृष्णा अगन ते अंतर सड़िए। नह मसंद तुम अमृतसरिए, ये सारे अमृतसर साहब वालियां वास्ते गल नहीं है, केवल मसंदां वास्ते गल है। नह मसंद तुम अमृतसरिए, तृष्णा अगन ते अंतर सड़िए। रहंदे तुसी गुरुद्वारा साहब दे विच हो, अमृतसर साहब दे विच रहंदे हो, ते अंतर तृष्णा ते अंदर अगन हर वक्त सड़दे पे हो। तुसी रहंदे ठंडक बर्फ दे महान पहाड़ कोल तुसी रहंदे हो, ते फिर भी अंदरों सड़दे पे हो। और यही सिलसिला अज भी जारी है। अज भी कईयां वास्ते उत्थे बूहे बंद कर दिते जांदे ने, कीर्तन बंद करा दिता जांदा है, बाहर कढ़ दिता जांदा है। तुसी कीर्तन नहीं कर सकते हो, कोई चौर नहीं कर सकता है, कोई खड़ा नहीं हो सकता, कोई बह नहीं सकता है। अज भी यही सिलसिला चलता है। तो महाराज सच्चे पातशाह जी कृपा करन, समा हो गया है। आप विचार सरवण कर रहे सो कि नाम विहूण गर्भ गल जाए, नाम तो बिना मनुख भावें सत संगत विच रहिंदा होवे, गुरुआं दे नेड़े रहिंदा होवे, चंदन दे नेड़े रहिंदा होवे, मान सरोवर दे उत्ते रहिंदा होवे, फिर भी वो आनंद प्राप्त नहीं कर सकता है। हो सकता है उत्थों मौत प्राप्त कर लवे, जिंदगी प्राप्त ना कर सके। कल नूं आपां विचारां सरवण करांगे। कबीर चंदन का बिरवा पला, बेडियो टाक पलास, ओई भी चंदन होए रहे, बसे जो चंदन पास। ਜਿਹੜੇ ਚੰਦਨ ਦੇ ਕੋਲ ਵਸੇ ਨੇ ਉਹ ਵੀ ਚੰਦਨ ਵਰਗੇ ਹੋ ਗਏ ਨੇ। ਇੱਕ ਤੇ ਉਹ ਨੇ ਨਾ ਕਬੀਰ ਬਾਂਸ ਬੜਾਈ ਬੂਢਿਆ, ਇਹ ਮਤ ਡੂਬੋ ਕੋਏ, ਚੰਦਨ ਕੇ ਨਿਕਟੇ ਬਸੇ, ਬਾਂਸ ਸੁਗੰਧ ਨਾ ਹੋਏ। ਪਰ ਇੱਕ ਪਾਸੇ ਆਖਿਆ ਉਹੀ ਵੀ ਚੰਦਨ ਹੋਏ ਰਹੇ, ਬਸੇ ਜੋ ਚੰਦਨ ਪਾਸ। ਇਹ ਵਿਚਾਰਾਂ ਕੱਲ ਆਪ ਜੀ ਦੇ ਸਨਮੁਖ ਰੱਖਾਂਗੇ। ਭੁੱਲਾਂ ਚੁੱਕਾਂ ਦੀ ਸਮਾਂ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।